ਦਰਵਾਜ਼ਾ ਬੰਦ ਕਰ। ਸਤਿਕਾਰਯੋਗ ਮੁਲਾਜ਼ਮ ਸਾਥੀਓ, ਅੱਜ ਆਪਾਂ ਪੰਜਾਬ ਦੀ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਜਿਹੜੀ ਲਹਿਰ ਹੈ ਉਸ ਸੰਬੰਧੀ ਥੋੜ੍ਹੀ ਜਿਹੀ ਚਰਚਾ ਕਰਾਂਗੇ, ਕਿਉਂਕਿ ਇਹ ਜ਼ਰੂਰੀ ਹੈਗੀ ਹੈ। ਨਹੀਂ ਤਾਂ ਬਹੁਤ ਸਾਰੀਆਂ ਕਨਫਿਊਜ਼ਨਸ ਪੰਜਾਬ ਦੇ ਮੁਲਾਜ਼ਮਾਂ ਦੇ ਅੰਦਰ, ਪੰਜਾਬ ਦੇ ਕੰਟਰੈਕਟ ਵਾਲੇ ਕੱਚੇ ਤੇ ਮਾਣ ਭੱਤੇ ਵਾਲੇ ਵਰਕਰਾਂ ਦੇ ਅੰਦਰ ਜਿਹੜੀਆਂ ਹੈ ਉਹ ਪੈਦਾ ਹੋ ਸਕਦੀਆਂ ਹੈ। ਮੈਂ ਜਰਮਨਜੀਤ ਸਿੰਘ, ਕਨਵੀਨਰ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬੋਲ ਰਿਹਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਇਹ ਫਰੰਟ ਜਿਹੜਾ 29 ਜੁਲਾਈ ਨੂੰ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀਗਾ, ਤੇ ਪਟਿਆਲੇ ਦੀ ਇੱਕ ਬਹੁਤ ਵੱਡੀ 70,000 ਤੋਂ ਵਧੇਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾ ਰੈਲੀ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੇ ਜਿਸ ਕਿਸਮ ਦਾ ਉਹਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ, ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤੇ ਜਿਹੜੀਆਂ ਸਾਡੀਆਂ ਨਿੱਜੀਕਰਨ ਵਿਰੋਧੀ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਉਸ ਰੈਲੀ ਦੇ ਰਾਹੀਂ ਜਿਹੜਾ ਸੀ ਦੇਸ਼ ਦੁਨੀਆ ਦੇ ਲੋਕਾਂ ਦੇ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਕਿ ਦੇਸ਼ ਦੇ ਲੋਕ, ਪੰਜਾਬ ਦੇ ਲੋਕ, ਪੰਜਾਬ ਦੇ ਮੁਲਾਜ਼ਮ ਉਹ ਕਾਰਪੋਰੇਟੀ ਜਗਤ ਦੇ ਏਜੰਡੇ ਨੂੰ ਪਛਾਣ ਚੁੱਕੇ ਨੇ ਤੇ ਇਸ ਏਜੰਡੇ ਦੇ ਉੱਤੇ ਹੁਣ ਉਹ ਲੜਨ ਲਈ ਤਿਆਰ ਨੇ। ਬਹੁਤ ਲੰਬਾ ਸਮਾਂ 1947 ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਲੋਕਾਂ ਨੇ ਇਸ ਏਜੰਡੇ ਦੀ ਜਿਹੜੀ ਸਹੀ ਨਿਸ਼ਾਨਦੇਹੀ ਸੀ ਉਹ ਨਹੀਂ ਸੀ ਕਰ ਪਾਏ, ਤਾਂ ਹੁਣ 2021 ਦੇ ਅੰਦਰ ਪੰਜਾਬ ਦੇ ਮੁਲਾਜ਼ਮਾਂ ਨੇ ਇਹਦੀ ਵੱਡੀ ਸ਼ੁਰੂਆਤ ਕੀਤੀ ਹੈ। ਉਸ ਤੋਂ ਬਾਅਦ 30 ਜੁਲਾਈ ਨੂੰ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਗਰੁੱਪ ਆਫ ਮਿਨਿਸਟਰ ਦੀ ਇੱਕ ਕਮੇਟੀ ਬਣੀ ਹੈ, ਉਹਦੇ ਨਾਲ ਪਹਿਲੀ ਮੀਟਿੰਗ ਹੋਈ ਸੀ, ਜਿਸ ਦੀ ਚਰਚਾ ਸੀ ਪਹਿਲੇ ਲਾਈਵ ਦੇ ਵਿੱਚ ਵੀ, ਤੇ ਵੱਖ-ਵੱਖ ਜਿਹੜੇ ਫਰੰਟ ਦੇ ਵੱਖ-ਵੱਖ ਕਨਵੀਨਰ ਨੇ ਉਹਨਾਂ ਦੇ ਰਾਹੀਂ ਪੰਜਾਬ ਦੇ ਮੁਲਾਜ਼ਮਾਂ ਤੱਕ ਪਹੁੰਚੀ ਸੀ। ਉਸ ਤੋਂ ਬਾਅਦ ਸਰਕਾਰ ਨੇ ਸਾਡੇ ਕੋਲ ਸਮਾਂ ਲਿਆ ਤੇ ਸਾਡੀ ਦੂਸਰੀ ਮੀਟਿੰਗ ਜਿਹੜੀ ਇਹ ਗੇੜ ਪਹਿਲਾ ਹੀ ਹੈ, ਪਹਿਲੇ ਗੇੜ ਦੇ ਅੰਦਰ ਅਲੱਗ-ਅਲੱਗ ਮੀਟਿੰਗਾਂ ਜਿਹੜੀਆਂ ਉਹ ਹੋ ਰਹੀਆਂ ਨੇ। ਦੂਸਰੀ ਮੀਟਿੰਗ 3 ਅਗਸਤ ਨੂੰ ਹੋਈ, ਜਿਹਦੀ ਪ੍ਰਧਾਨਗੀ ਜਿਹੜੀ ਸੀ ਉਹ ਸਾਡੇ ਸੀਨੀਅਰ ਮੰਤਰੀ ਬ੍ਰਹਮ ਇੰਦਰਾ ਜੀ ਨੇ ਕੀਤੀ ਸੀ। ਉਹਦੇ ਵਿੱਚ ਜਿੱਥੇ ਹੋਰ 4 ਮੰਤਰੀ ਬੈਠੇ ਸੀ, ਉੱਥੇ ਨਾਲ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਫਾਈਨਾਂਸ ਮਿਨਿਸਟਰ ਉਹ ਵੀ ਸ਼ਾਮਿਲ ਸੀਗੇ। ਇਹਨਾਂ ਤੋਂ ਇਲਾਵਾ ਕੁਝ ਅਫਸਰਾਂ ਦੀ ਕਮੇਟੀ ਦੇ 3 ਅਫਸਰ ਜਿਹੜੇ ਸੀ ਉਹ ਵੀ ਸ਼ਾਮਿਲ ਸੀ। ਉਸ ਮੀਟਿੰਗ ਦੀ ਕਾਰਵਾਈ ਵੀ 3 ਅਗਸਤ ਨੂੰ ਜਿਹੜੀ ਸੀ ਉਹ ਲਾਈਵ ਕਰਕੇ ਆਮ ਲੋਕਾਂ ਤੱਕ ਪਹੁੰਚਾਈ ਗਈ ਸੀ। ਉਸ ਤੋਂ ਬਾਅਦ ਫਿਰ ਦੁਬਾਰਾ ਅਗਲੇ ਦਿਨ 4 ਅਗਸਤ ਨੂੰ ਸ਼ਾਮ ਨੂੰ 4 ਵਜੇ ਪੰਜਾਬ ਭਵਨ ਚੰਡੀਗੜ੍ਹ ਦੇ ਅੰਦਰ ਇੱਕ ਮੀਟਿੰਗ ਹੋਰ ਹੋਈ, ਜਿਹਦੇ ਬਾਰੇ ਕੁਝ ਕਨਫਿਊਜ਼ਨ ਹੇਠਾਂ ਜਿਹੜੀਆਂ ਆਪਣੇ ਆਪ ਹੀ ਜਿਹੜੀਆਂ ਉਹ ਪੈਦਾ ਹੋ ਰਹੀਆਂ ਨੇ ਕਿ ਸ਼ਾਇਦ ਪੰਜਾਬ ਦੇ ਮੁਲਾਜ਼ਮਾਂ ਦੇ ਅੰਦਰ, ਪੰਜਾਬ ਦੇ ਸਾਂਝੇ ਫਰੰਟ ਦੇ ਅੰਦਰ ਪੰਜਾਬ ਦੀ ਜਿਹੜੀ ਇਹ ਮੁਲਾਜ਼ਮ ਲਹਿਰ ਹੈ ਜਾਂ ਪੈਨਸ਼ਨਰਾਂ ਦੀ ਜਿਹੜੀ ਸਾਂਝੀ ਲਹਿਰ ਹੈ, ਉਹਨੂੰ ਲੈ ਕੇ, ਮੁਲਾਜ਼ਮਾਂ ਦੇ ਬਹੁਤ ਸਾਰੇ ਤਨਖਾਹ ਸਕੇਲਾਂ ਤੇ ਭੱਤਿਆਂ ਨੂੰ ਲੈ ਕੇ, ਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ, ਜਿਹਦੇ ਵਿੱਚ ਕੱਚੇ ਤੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਹੈਗੀ ਹੈ, ਜਿਹਦੇ ਅੰਦਰ ਮਾਣ ਭੱਤੇ ਦੇ ਕੰਮ ਕਰਦੀਆਂ ਆਸ਼ਾ ਵਰਕਰਾਂ, ਫੈਸਿਲੀਟੇਟਰਾਂ, ਮਿਡ ਡੇ ਮੀਲ ਵਰਕਰਾਂ, ਆਂਗਨਵਾੜੀ ਹੈਲਪਰਾਂ, ਵਰਕਰਾਂ ਤੇ ਹੋਰ ਇਹੋ ਜਿਹੇ ਕਰਮਚਾਰੀਆਂ ਨੂੰ ਮਾਣ ਭੱਤੇ ਦੇ ਘੇਰੇ ਤੋਂ ਬਾਹਰ ਕੱਢ ਕੇ ਘੱਟੋ-ਘੱਟ ਉਜਰਤਾਂ ਦਿਵਾਉਣ ਦਾ ਸਵਾਲ ਹੈਗਾ ਹੈ, ਜਾਂ ਫਿਰ ਪੁਰਾਣੀ ਪੈਨਸ਼ਨ ਸਕੀਮ ਹਰੇਕ ਵਰਗ ਦੇ ਉੱਤੇ ਲਾਗੂ ਕਰਵਾਉਣ ਦੀ ਗੱਲ ਹੈਗੀ ਹੈ, ਤੇ ਜਿੰਨੇ ਵੀ ਉਹ ਵਰਗ ਜਿਹੜੇ ਨਵੀਂ ਪੈਨਸ਼ਨ ਸਕੀਮ ਦੇ ਘੇਰੇ 'ਚ ਨੇ ਜਾਂ EPF ਦੇ ਘੇਰੇ 'ਚ ਨੇ, ਉਹਨਾਂ ਸਾਰਿਆਂ ਨੂੰ GPF ਦੇ ਰਾਹੀਂ ਇੱਕ ਪੈਨਸ਼ਨ ਦੀ ਜਿਹੜੀ 22ਵੀਂ ਸਹੂਲਤ ਹੈ ਉਹ ਦਿਵਾਉਣ ਦਾ ਸਵਾਲ ਹੈਗਾ ਹੈ। ਇਹਨਾਂ ਦੇ ਉੱਤੇ ਜਿਹੜੀ ਚਰਚਾ ਜਿਹੜੀ ਸੀ ਉਹ ਇਹਨਾਂ ਮੀਟਿੰਗਾਂ 'ਚ ਹੋਈ ਹੈ, ਪਰ ਕੁਝ ਖਦਸ਼ੇ ਜਿਹੜੇ ਆ 4 ਅਗਸਤ ਦੀ ਮੀਟਿੰਗ ਤੋਂ ਬਾਅਦ ਜਿਹੜੇ ਸਾਡੇ ਸਾਹਮਣੇ ਪ੍ਰਗਟ ਹੋਏ, ਤੇ ਉਹਨਾਂ ਸੰਬੰਧੀ ਬੇਨਤੀ ਹੈ ਕਿ ਅਸੀਂ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ 7 ਅਗਸਤ ਨੂੰ ਇੱਕ ਮੀਟਿੰਗ ਪੈਨਸ਼ਨਰ ਭਵਨ ਦੇ ਵਿੱਚ ਅਸੀਂ ਆਰਗੇਨਾਈਜ਼ ਕਰਨ ਜਾ ਰਹੇ ਹਾਂ, ਜਿੱਥੇ ਅਸੀਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੇ, ਪੈਨਸ਼ਨਰਾਂ ਦੇ, ਕੱਚੇ ਕੰਟਰੈਕਟ ਵਾਲੇ ਤੇ ਮਾਣ ਭੱਤੇ ਵਾਲੇ ਵਰਕਰਾਂ ਦੀਆਂ
ਜਥੇਬੰਦੀਆਂ ਨੂੰ, ਉਹਨਾਂ ਦੇ ਗਰੁੱਪਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣੋ, ਪਰ ਇਸ ਮੀਟਿੰਗ ਦਾ ਹਿੱਸਾ ਤੁਸੀਂ ਆਪਣੀ ਸੂਬਾ ਕਮੇਟੀ ਦੇ ਰਾਹੀਂ, ਸੂਬਾ ਪ੍ਰਧਾਨ ਦੇ ਰਾਹੀਂ, ਸੂਬਾ ਸਕੱਤਰ ਦੇ ਰਾਹੀਂ, ਉਹਨਾਂ ਦੇ ਰਾਹੀਂ ਬਣਨ ਦੀ ਕੋਸ਼ਿਸ਼ ਕਰੋ। ਮੀਟਿੰਗ ਦੇ ਅੰਦਰ ਆਪਾਂ ਕੋਈ ਚਰਚਾ ਕਰਨੀ ਹੈ, ਤੇ ਜੇਕਰ ਉਸ ਮੀਟਿੰਗ ਦੇ ਅੰਦਰ ਉਹ ਚਰਚਾ ਨਾ ਹੋ ਪਾਈ, ਕੋਈ ਅਸੀਂ ਉੱਥੇ ਬਹੁਤ ਵੱਡਾ ਇਕੱਠ ਕਰਕੇ ਉਹ ਮੀਟਿੰਗ ਨੂੰ ਕਿਸੇ ਰੈਲੀ ਦਾ ਰੂਪ ਦੇ ਕੇ ਜਾਂ ਮੀਟਿੰਗ ਨੂੰ ਕਿਸੇ ਵੱਡੇ ਭਰਵੇਂ ਭੀੜ ਦਾ ਰੂਪ ਦੇ ਕੇ ਅਸੀਂ ਉਸ ਮੀਟਿੰਗ ਨੂੰ ਖੰਡਾਉਣਾ ਨਹੀਂ ਹੈ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਉਸ ਮੀਟਿੰਗ ਦਾ ਬਜਵੇਂ ਰੂਪ ਦੇ ਅੰਦਰ ਜਿਹੜਾ ਆਪਣੀ ਜਥੇਬੰਦੀ ਦੀ ਜਿਹੜੀ ਤੁਹਾਡੀ ਸੂਬਾ ਲੀਡਰਸ਼ਿਪ ਹੈ ਉਹਦੇ ਰਾਹੀਂ ਹਿੱਸਾ ਬਣੋਗੇ। ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਜਿਹੜਾ ਤੁਹਾਡੇ ਕੋਲ ਇਸ ਗੱਲ ਦੀ ਆਸ ਕਰਦਾ ਹੈ। ਜਿਹੜੀ 4 ਅਗਸਤ ਦੀ ਮੀਟਿੰਗ ਸੀ, ਜਿੱਥੇ 30 ਜੁਲਾਈ ਦੀ ਮੀਟਿੰਗ ਤੇ 3 ਅਗਸਤ ਦੀ ਮੀਟਿੰਗ ਦੇ ਅੰਦਰ ਸਰਕਾਰ ਦੇ ਉੱਤੇ ਕਾਫੀ ਸਾਰਾ ਦਬਾਅ ਜਿਹੜਾ ਸੀ ਸਾਂਝੇ ਫਰੰਟ ਵੱਲੋਂ ਦਿੱਤਾ ਗਿਆ, ਉਹ ਦਬਾਅ ਅਸਲ ਦੇ ਅੰਦਰ ਪੰਜਾਬ ਦੇ ਲੋਕਾਂ ਦੇ 29 ਜੁਲਾਈ ਦੇ ਇਕੱਠ ਦੀ ਰਿਫਲੈਕਸ਼ਨ ਸੀਗਾ। 4 ਅਗਸਤ ਦੀ ਮੀਟਿੰਗ ਦੇ ਅੰਦਰ ਕੋਈ ਬਹੁਤ ਲੰਬੀ ਚੌੜੀ ਗੱਲ ਕਰਨ ਵਾਲੀ ਨਹੀਂ ਸੀ ਹੈਗੀ। ਇਸ ਕਰਕੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀ ਕਿ ਇਸ ਮੀਟਿੰਗ ਦੇ ਅੰਦਰ, ਕਿਉਂਕਿ ਬਹਿਸ ਇਸ ਤੋਂ ਪਹਿਲਾਂ 30 ਜੁਲਾਈ ਨੂੰ ਵੀ ਹੋ ਚੁੱਕੀ ਹੈ ਤੇ ਬਹਿਸ 3 ਅਗਸਤ ਨੂੰ ਵੀ ਭਰਪੂਰ ਬਹਿਸ ਹੋਈ ਹੈ। ਉਹਨਾਂ ਦੋਨਾਂ ਮੀਟਿੰਗਾਂ ਦੀਆਂ ਬਹਿਸਾਂ ਦੇ ਅੰਦਰ ਅਸੀਂ ਪੰਜਾਬ ਸਰਕਾਰ ਨੂੰ ਹਰੇਕ ਗੱਲ ਦੇ ਉੱਤੇ ਦਲੀਲ ਦੇ ਨਾਲ ਜਿਹੜਾ ਹੈ ਉਹ ਜਸਟੀਫਾਈ ਕਰਨ, ਆਪਣੇ ਪੱਖ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਸਾਂਝਾ ਫਰੰਟ ਜਿਹੜਾ ਸੀ ਉਹ ਕਾਮਯਾਬ ਰਿਹਾ। ਅਸੀਂ ਉਹਨਾਂ ਨੂੰ ਹਰੇਕ ਉਹ ਗੱਲ ਨੂੰ ਜਤਾਇਆ ਵੀ ਪੰਜਾਬ ਦੇ ਲੋਕਾਂ ਲਈ ਪੇ ਕਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਲਈ ਪੇ ਕਮਿਸ਼ਨ ਕਿੰਨਾ ਜ਼ਰੂਰੀ ਹੈਗਾ ਹੈ। ਪੰਜਾਬ ਦੇ ਜਿਹੜੇ ਕੱਚੇ ਮੁਲਾਜ਼ਮ ਹੈ, ਠੇਕੇ ਵਾਲੇ ਮੁਲਾਜ਼ਮ ਹੈ, ਉਹਨਾਂ ਨੂੰ ਪੱਕਾ ਕਰਨਾ ਕਿੰਨਾ ਜ਼ਰੂਰੀ ਹੈਗਾ ਹੈ ਤੇ ਪੰਜਾਬ ਦੇ ਹਿੱਤ ਲਈ ਹੈ। ਇਹਦੇ ਅੰਦਰ ਕੁਝ ਵੀ ਇਵੇਂ ਦਾ ਨਹੀਂ ਹੈਗਾ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਉਹ ਮੁਲਾਜ਼ਮ ਸਾਰਾ ਖਾ ਗਏ, ਇਦਾਂ ਦਾ ਕੁਝ ਨਹੀਂ ਹੈ। ਪੰਜਾਬ ਦੇ ਹਰੇਕ ਵਿਅਕਤੀ ਦਾ ਜਦੋਂ ਕੈਪਟਨ ਸਰਕਾਰ 2017 ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਉਹ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ, ਘਰ ਘਰ ਨੌਕਰੀ ਦਾ ਵਾਅਦਾ ਕੀਤਾ ਹੈ ਉਹਨਾਂ ਨੇ। ਅਸੀਂ ਉਹਨਾਂ ਦੇ ਵਾਅਦੇ ਦੇ ਮੁਤਾਬਕ ਜਿਹੜੇ ਆ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਇਹ ਵਾਅਦੇ ਕੀਤੇ ਸੀਗੇ, ਤੁਹਾਨੂੰ ਸਾਰਾ ਪਤਾ ਹੈ ਕਿ ਲੋਕਾਂ ਨੂੰ ਨੌਕਰੀ ਦੀ ਲੋੜ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ, ਨੌਜਵਾਨਾਂ ਨੂੰ ਉਹਨਾਂ ਦੇ ਹੱਕਾਂ ਦੀ, ਅਧਿਕਾਰਾਂ ਲਈ ਖੜਾ ਹੋਣ ਦੀ ਲੋੜ ਹੈਗੀ ਹੈ। ਜਿਹੜੇ ਨੌਜਵਾਨ ਖੜੇ ਹੋ ਰਹੇ ਨੇ, ਖੜੇ ਹੋਣ ਤੋਂ ਬਾਅਦ ਰੁਜ਼ਗਾਰ ਚਾਹੀਦਾ ਹੈ, ਰੁਜ਼ਗਾਰ ਮਿਲਣ ਤੋਂ ਬਾਅਦ ਪੈਨਸ਼ਨ ਦੀ ਗਾਰੰਟੀ। 3 ਅਗਸਤ ਦੀ ਮੀਟਿੰਗ ਅੰਦਰ ਫੈਸਲਾ ਹੋਇਆ ਸੀ ਕਿ ਬਾਕੀ ਜਿਹੜਾ ਕੰਮ ਹੈ ਉਹ 4 ਅਗਸਤ ਨੂੰ, ਜਿਹੜਾ 3 ਅਗਸਤ ਨੂੰ ਗਰੁੱਪ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਿਹੜੀ 3 ਅਗਸਤ ਦੀ ਮੀਟਿੰਗ ਦੇ ਅੰਦਰ ਮੁਲਾਜ਼ਮਾਂ ਦੇ ਨਾਲ ਉਹ ਇੱਕ ਵਾਅਦਾ ਕਰਕੇ ਗਏ ਸੀ। ਉਹ ਵਾਅਦਾ ਇਹ ਸੀ ਕਿ ਉਹ 4 ਅਗਸਤ ਦੀ ਮੀਟਿੰਗ ਦੇ ਅੰਦਰ ਪੇ ਕਮਿਸ਼ਨ ਦੇ ਉੱਤੇ ਠੋਸ ਰੂਪ ਦੇ ਅੰਦਰ ਆਪਣੇ ਗੁਣਾਕ ਦੀ ਪ੍ਰਪੋਜ਼ਲ ਲੈ ਕੇ ਆਉਣਗੇ। ਮੁਲਾਜ਼ਮਾਂ ਨੇ ਉਹਨਾਂ ਨੂੰ ਆਪਣਾ ਰੁਖ ਦੱਸ ਦਿੱਤਾ ਸੀ ਸਾਂਝੇ ਫਰੰਟ ਨੇ ਕਿ 2.72 ਦੇ ਜਿਹੜੇ ਇਹਦੇ ਉੱਤੇ ਆਪਣੀ ਗੱਲਬਾਤ ਨੇਪਰੇ ਚੜ ਸਕਦੀ ਹੈ। 31, 12, 15 ਦੇ ਸਕੇਲਾਂ ਨੂੰ ਬਰਕਰਾਰ ਰੱਖਦੇ ਹੋਏ ਤੇ ਜਿਹੜੀਆਂ ਕੈਟੇਗਰੀਜ਼ 2011 ਵਿੱਚ ਪਛੜ ਗਈਆਂ, ਜਿਨ੍ਹਾਂ ਨੂੰ 83 ਕੈਟੇਗਰੀਜ਼ ਕਹਿੰਦੇ ਆ, ਉਹਨਾਂ ਦੀ ਜਾਂ ਤੇ ਰਿਵੀਜ਼ਨ ਨਹੀਂ ਹੋਈ ਤੇ ਜਾਂ ਫਿਰ ਜੇ ਰਿਵੀਜ਼ਨ ਹੋਈ ਤਾਂ ਉਹ ਰਿਵੀਜ਼ਨ ਜਸਟੀਫਾਈਡ ਨਹੀਂ ਸੀ। ਬਈ ਉਹਨਾਂ ਕੈਟੇਗਰੀਜ਼ ਨੂੰ ਜਿਹੜਾ ਵਧੇਰੇ ਗੁਣਾਕ ਦੇ ਕੇ ਉਹਨਾਂ ਦੀ ਉਹ ਜਿਹੜੀ ਪਿਛਲੇ ਸਮੇਂ ਦੀ ਜਿੰਨੀ ਵੀ ਉਹਨਾਂ ਦੀ ਜਿਹੜਾ ਉਹਨਾਂ ਨੂੰ ਘਾਟਾ ਪਿਆ ਹੈ, ਜਿਹੜਾ ਉਹ ਪਿੱਛੇ ਰਹਿ ਗਏ, ਪਛੜ ਗਏ, ਉਹਨਾਂ ਦੇ ਉਸ ਪਛੜੇਵੇਂ ਨੂੰ ਵੀ ਜਿਹੜਾ ਹੈ 1-1-16 ਤੋਂ ਘੱਟ ਦੂਰ ਜ਼ਰੂਰ ਕਰ ਲਿਆ ਜਾਵੇ। ਤਾਂ ਜਿਹੜਾ 4 ਅਗਸਤ ਨੂੰ ਉਹਨਾਂ ਦਾ ਜਿਹੜਾ ਫਾਰਮੂਲਾ ਸੀ, ਉਹ ਫਾਰਮੂਲੇ ਦੇ ਅੰਦਰ ਉਹਨਾਂ ਨੇ ਇਹ ਯਤਨ ਕੀਤਾ ਦੱਸਣ ਦਾ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਤੁਹਾਨੂੰ 15% ਦਾ ਇੱਕ ਵਾਧਾ ਦੇਵੇਗੀ। ਪਰ ਉਹ ਵਾਧਾ, ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ ਉਸ ਵਾਧੇ 'ਚ। ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ 15% ਦਾ ਜਿਹੜਾ ਵਾਧਾ ਦੇ ਰਹੇ ਹੋ, ਇਹਨੂੰ ਕਲੀਅਰ ਕਰਨਾ ਬਣਦਾ ਹੈ, ਤੁਹਾਡੀ ਤੇ ਸਾਡੀ ਸਾਂਝੀ ਜ਼ਿੰਮੇਵਾਰੀ ਹੈਗੀ ਹੈ ਵੀ ਇਹ ਵਾਧਾ ਕਿਹੜੇ ਆਧਾਰ ਤੇ ਹੈ ਤੇ ਇਸ ਵਾਧੇ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਿਹੜਾ ਗੁਣਾਕ ਮਿਲਣ ਵਾਲਾ ਹੈ। ਕਿਉਂਕਿ 3 ਅਗਸਤ ਦੀ ਮੀਟਿੰਗ ਤੇ ਉਸ ਤੋਂ ਪਹਿਲਾਂ 30 ਜੁਲਾਈ ਦੀ ਮੀਟਿੰਗ ਦੇ ਅੰਦਰ ਬ੍ਰਹਮ ਮਹਿੰਦਰਾ ਜੀ ਨੇ ਆਪ ਬੋਲ ਕੇ ਇਹ ਬੜੀ ਜ਼ਿੰਮੇਵਾਰੀ ਨਾਲ ਕਿਹਾ ਸੀ ਕਿ 2.25 ਵਾਲਾ ਕੰਮ ਜਿਹੜਾ ਹੈ ਉਹ ਖਤਮ ਹੈ ਤੇ ਜਿਹੜਾ ਅਧਿਕਾਰੀਆਂ ਨੂੰ 2.74 ਦੇ ਰਹੇ ਸੀ ਉਹ ਵੀ ਖਤਮ ਹੈ। ਪੰਜਾਬ ਦੇ ਸਾਰੇ ਮੁਲਾਜ਼ਮਾਂ ਲਈ ਤੇ ਅਧਿਕਾਰੀਆਂ ਲਈ ਜਿਹੜੇ ਦਰਜਾ 4 ਤੋਂ ਲੈ ਕੇ ਚੀਫ ਸੈਕਟਰੀ ਤੱਕ ਨੇ, ਸਾਰਿਆਂ ਲਈ ਗੁਣਾਕ ਇੱਕ ਹੋਏਗਾ ਤੇ ਉਹ 2.25 ਨਹੀਂ ਹੋਏਗਾ, ਭਾਵ ਕਿ 2.25 ਦੀ ਆਪਸ਼ਨ ਖਤਮ ਹੋ ਗਈ ਹੈ। ਦੂਸਰਾ ਉਹਨਾਂ ਨੇ ਕਿਹਾ ਸੀ ਕਿ 31, 12, 15 ਚ ਜਿੰਨੀ ਤੁਹਾਡੀ ਤਨਖਾਹ ਹੈ ਉਸ ਨੂੰ ਆਧਾਰ ਬਣਾ ਕੇ ਨਵਾਂ ਗੁਣਾਕ ਜਿਹੜਾ ਮਿਥਿਆ ਜਾਏਗਾ। ਤਾਂ ਜਿਹੜੀ 4 ਅਗਸਤ ਵਾਲੀ ਮੀਟਿੰਗ ਹੈ ਉਹਦੇ ਅੰਦਰ ਉਹਨਾਂ ਨੇ ਗੁਣਾਕ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ ਬਈ ਗੁਣਾਕ ਦਾ ਤੇ ਤੁਸੀਂ ਜਿਹੜਾ ਉਹ ਜ਼ਿਕਰ ਹੀ ਨਾ ਕਰੋ, ਗੁਣਾਕ ਨੂੰ ਤੁਸੀਂ ਛੱਡੋ।
पर सांझे फ्रंट ने ਇਹਦੇ ਉੱਤੇ ਆਪਣੀ ਰਾਏ ਠੋਸ ਰਾਏ ਕਾਇਮ ਰੱਖੀ ਵੀ ਦੇਖੋ ਗੁਣਾਕ ਜਿਹੜਾ ਹੈ ਇਹ ਜ਼ਰੂਰੀ ਹੈ। ਜੇ ਤੁਸੀਂ ਗੁਣਾਕ ਨਹੀਂ ਦੱਸਦੇ ਤੇ ਲੰਮਸਮ ਤੁਸੀਂ ਵਾਧਾ ਕਰਨ ਦੀ ਗੱਲ ਕਰਦੇ ਹੋ ਕਿ 15% ਵਾਧਾ ਜਿਹੜਾ ਉਹ ਹਰੇਕ ਨੂੰ ਦਿੱਤਾ ਜਾਏਗਾ, ਹਰ ਵਿਅਕਤੀ ਨੂੰ 15% ਵਾਧਾ ਜਿਹੜਾ ਹੈ ਉਹ ਦਿੱਤਾ ਜਾਏਗਾ, ਤੇ ਤੁਸੀਂ ਗੁਣਾਕ ਨਹੀਂ ਦੱਸਦੇ ਤਾਂ ਇਹਦੇ ਨਾਲ ਜਿਹੜੀ ਕਲੈਰਿਟੀ ਜਿਹੜੀ ਉਹ ਨਹੀਂ ਬਣਦੀ। ਤਾਂ ਨਾ ਕਰੋ ਤਾਂ ਇਹਦੇ ਵਿੱਚ ਉਹਨਾਂ ਨੇ ਜਿਹੜਾ ਗੁਣਾਕ ਦੇ ਉੱਤੇ ਆਪਣਾ ਪੱਲਾ ਪੂਰੀ ਤਰ੍ਹਾਂ ਝਾੜਿਆ ਤੇ ਜਿਹੜਾ ਗੁਣਾਕ ਤੁਹਾਡੇ ਸਾਹਮਣੇ ਫਿੱਟ ਕੀਤਾ। ਤੁਸੀਂ ਦੇਖੋ ਮੈਂ ਦੱਸਣਾ ਚਾਹੁੰਦਾ ਹੈ ਬਈ ਉਹਨਾਂ ਨੇ ਗੁਣਾਕ ਇਸ ਰੂਪ 'ਚ ਕੀਤਾ ਕਿ 31/12/15 ਨੂੰ ਤੁਹਾਨੂੰ ਜਿੰਨੀ ਤਨਖਾਹ ਮਿਲਦੀ ਹੈ ਉਹ ਜਿਹੜਾ ਪੇ ਕਮਿਸ਼ਨ ਦਾ ਫਾਰਮੂਲਾ ਹੈ 2.25 ਵਾਲਾ ਤੇ 2.59 ਵਾਲਾ, ਉਹਦੇ ਅਨੁਸਾਰ ਉਹਨੂੰ ਗੁਣਾ ਕਰਨੀ ਹੈ। ਜਿਹੜੇ ਰਿਵਾਈਜ਼ਡ ਕੈਟੇਗਰੀਜ਼ ਵਿੱਚ ਹੈਗੇ ਉਹਨਾਂ ਨੂੰ 2.25 ਨਾਲ ਗੁਣਾ ਕਰਨੀ ਹੈ, ਜਿਹੜੇ ਅਨਰਿਵਾਈਜ਼ਡ ਕੈਟੇਗਰੀ ਵਿੱਚ ਹੈਗੇ ਉਹਨਾਂ ਨੂੰ 2.59 ਨਾਲ ਗੁਣਾ ਕਰਨੀ ਹੈ। ਉਹ ਜਿੰਨੀ ਤੁਹਾਡੀ ਤਨਖਾਹ ਬਣਦੀ ਹੈ 31/12/15 ਨੂੰ, ਜੇਕਰ ਉਹ 15% ਤੋਂ ਘੱਟ ਹੈ, ਮੰਨ ਲਓ ਕਿ ਕਿਸੇ ਕਰਮਚਾਰੀ ਦੀ ਤਨਖਾਹ 10% ਬਣਦੀ ਹੈ ਤਾਂ ਉਹਨੂੰ 5% ਦਾ ਹੋਰ ਵਾਧਾ ਦਿੱਤਾ ਜਾਏਗਾ। ਜੇ ਕਿਸੇ ਕਰਮਚਾਰੀ ਦੀ ਤਨਖਾਹ ਜਿਹੜੀ ਹੈ ਉਹ 7% ਬਣਦੀ ਹੈ, ਵਾਧਾ 7% ਬਣਦਾ ਹੈ, ਤਾਂ ਉਹਨੂੰ 7% ਦੇ ਵਿੱਚ 8% ਹੋਰ ਜੋੜ ਕੇ 15% ਵਾਧਾ ਉਹਨੂੰ ਜਿਹੜਾ ਉਹ ਕਰ ਦਿੱਤਾ ਜਾਏਗਾ। ਤੇ ਨਾਲ ਦੀ ਨਾਲ ਉਹ ਅਗਲੀ ਗੱਲ ਨੂੰ ਛੁਪਾ ਰਹੇ ਸੀ ਕਿ ਫਿਰ 1/1/16 ਨੂੰ ਜਦੋਂ ਫਿੱਟ ਕਰਨਾ ਹੈ ਤਾਂ ਉਹਦੇ ਸਕੇਲ ਕਿਹੜੇ ਹੋਣਗੇ। ਜਦੋਂ ਅਸੀਂ ਇਹਦੇ ਉੱਤੇ ਗੰਭੀਰਤਾ ਦੇ ਨਾਲ ਪੁੱਛਿਆ ਵੀ ਤੁਸੀਂ ਸਾਨੂੰ ਕਿਰਪਾ ਕਰਕੇ ਇਹ ਦੱਸਣ ਦਾ ਯਤਨ ਕਰੋ ਕਿ ਅਸੀਂ ਚਲੋ ਤੁਹਾਡੀ 15% ਦੀ ਗੱਲ ਨੂੰ ਵੀ ਫਿਲਹਾਲ ਹਾਲ ਦੀ ਘੜੀ ਅਸੀਂ ਮੰਨ ਕੇ ਚੱਲਦੇ ਹਾਂ, ਅਸੀਂ ਇਹਨੂੰ ਕੰਸੀਡਰ ਕਰਕੇ ਚੱਲਦੇ ਹਾਂ ਕਿ 15% ਇੱਕ ਵਾਧਾ ਜਿਹੜਾ ਹੈ ਆਪਾਂ ਨੇ ਤੈਅ ਕਰ ਲਿਆ, ਤੇ ਉਹਦੇ ਉੱਤੇ ਗੁਣਾਕ ਵੀ ਕੋਈ ਨਾ ਕੋਈ ਫਿੱਟ ਹੋਏਗਾ। 2.59 ਹੋਏਗਾ ਜਾਂ 2.58 ਹੋਏਗਾ ਜਾਂ 2.562 ਹੋਏਗਾ, ਜਿੰਨਾ ਵੀ ਹੋਏਗਾ। ਜਦੋਂ 1/1/16 ਨੂੰ ਉਹਨੇ ਟੇਬਲ 'ਚ ਕਨਵਰਟ ਹੋਣਾ ਹੈ ਤਾਂ 1/1/16 ਨੂੰ ਜਿਹੜੀ ਨਵਾਂ ਸਾਨੂੰ ਟੇਬਲ ਮਿਲਦਾ ਫਿਟਮੈਂਟ ਟੇਬਲ ਕਿਹੜਾ ਹੋਏਗਾ। ਤਾਂ ਇਹਦੇ ਉੱਤੇ ਜਿਹੜੇ ਵਿੱਤ ਸਕੱਤਰ ਸੀ, ਪ੍ਰਿੰਸੀਪਲ ਵਿੱਤ ਸਕੱਤਰ ਜਿਹੜੇ ਫਾਈਨਾਂਸ ਕੈਪਸ KAP ਸਿਨਹਾ ਜਿਹੜੇ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਉਹ ਜਿਹੜਾ ਪੁਰਾਣੇ ਸਕੇਲ 'ਚ ਚਲੇ ਜਾਓਗੇ, ਭਾਵ ਕਿ 1/1/6 ਵਾਲੇ ਸਕੇਲ 'ਚ ਚਲੇ ਜਾਓਗੇ 1/1/16 ਨੂੰ। ਮਤਲਬ ਕਿ ਜੇ ਕਿਸੇ ਦੀ 5400 ਗ੍ਰੇਡ ਪੇ ਹੈਗੀ ਹੈ, ਉਹ 31/12/15 ਨੂੰ ਆਪਣੇ ਆਪ ਨੂੰ 15% ਵਾਧੇ ਦੇ ਨਾਲ ਜਿਹੜਾ ਹੈ ਉਹ ਸੈੱਟ ਕਰ ਲੇਗਾ, ਫਿੱਟ ਕਰ ਲੇਗਾ, ਤੇ ਇਸ ਤੋਂ ਬਾਅਦ 1/1/16 ਨੂੰ ਉਹ 4200 ਗ੍ਰੇਡ ਪੇ ਦੇ ਉੱਪਰ ਆਟੋਮੈਟਿਕਲ ਜਿਹੜਾ ਹੈ 4200 ਗ੍ਰੇਡ ਪੇ ਦੇ ਵਿੱਚ ਚਲਾ ਜਾਏਗਾ। ਇਵੇਂ ਹੀ 3200 ਗ੍ਰੇਡ ਪੇ ਵਾਲਾ ਜਿਹਦੀ ਪਹਿਲਾਂ 1/12/2011 ਤੋਂ ਪਹਿਲਾਂ 1900 ਗ੍ਰੇਡ ਪੇ ਸੀ, ਉਹ 3200 31/12/15 ਤੱਕ 3200 'ਚ ਆਪਣੇ ਆਪ ਨੂੰ ਫਿੱਟ ਕਰੇਗਾ, 15% ਵਾਧਾ ਲੈ ਲਏਗਾ, ਤੇ ਵਾਧੇ ਤੋਂ ਬਾਅਦ 1/1/16 ਨੂੰ ਉਹਦੀ ਫਿਟਮੈਂਟ ਜਿਹੜੀ ਹੈ ਉਹ 1900 ਦੀ ਗ੍ਰੇਡ ਪੇ 'ਚ ਹੋ ਜਾਏਗੀ। ਭਾਵ ਕਿ ਜਿਹੜੇ ਦਸੰਬਰ 2011 'ਚ ਜਾਂ ਜਿਹੜੇ ਅਕਤੂਬਰ 2011 'ਚ ਜਿਹੜੇ ਅਨੋਮਲੀ ਕਮੇਟੀ ਨੇ ਜਿਹੜੇ ਸੀ ਪੇ ਕਮਿਸ਼ਨ ਦੀ ਰਿਪੋਰਟ ਨੂੰ ਠੀਕ ਕੀਤਾ ਸੀਗਾ, ਗਲਤੀਆਂ ਨੂੰ ਠੀਕ ਕੀਤਾ ਸੀ, ਜਿਹੜੀਆਂ ਟਾਈਪੋਗ੍ਰਾਫੀਕਲ ਐਰਰ ਸੀਗੀਆਂ ਪੇ ਕਮਿਸ਼ਨ ਦੀ ਰਿਪੋਰਟ ਦੇ ਅੰਦਰ, ਤੇ ਉਹ ਵੀ ਸਾਰੀਆਂ ਇਹਨਾਂ ਨੇ ਖਤਮ ਕਰਨ ਦਾ ਫੈਸਲਾ ਕੀਤਾ। ਸਾਡੇ ਇੰਨੇ ਹੀ ਦਲੀਲਾਂ ਦੇਣ ਦੇ ਬਾਵਜੂਦ ਵੀ ਬਈ ਦਸੰਬਰ 2011 ਵਾਲੇ ਸਕੇਲ ਜਿਹੜੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਰੱਦ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਨੂੰ ਪੇ ਕਮਿਸ਼ਨ ਦੀ ਅਨੋਮਲੀ ਕਮੇਟੀ ਨੇ ਜਿਹੜਾ ਸੋਧਿਆ ਹੈ, ਅਨੋਮਲੀ ਕਮੇਟੀ ਪੇ ਕਮਿਸ਼ਨ ਦਾ ਹੀ ਇੱਕ ਪਾਰਟ ਹੁੰਦੀ ਹੈ, ਇਹ ਉਹਦੇ ਤੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੋਏ, ਵੀ ਉਹ ਵੀ ਮੰਨਣ ਨੂੰ ਤਿਆਰ ਨਹੀਂ ਸੀ। ਇਸ ਕਰਕੇ ਸਾਂਝੇ ਫਰੰਟ ਨੇ ਇਹਦੇ ਉੱਤੇ ਫੌਰੀ ਜਿਹੜਾ ਸੀ ਫੈਸਲਾ ਕਰਨਾ ਵਾਜਬ ਨਹੀਂ ਸਮਝਿਆ। ਦੂਸਰੀ ਗੱਲ ਜਿਹੜਾ ਸੀਗਾ, ਜਦੋਂ ਗੱਲ ਕੀਤੀ ਗਈ ਅਨਰਿਵਾਈਜ਼ਡ ਕੈਟੇਗਰੀਜ਼ ਦੀ, ਕਿ ਅਨਰਿਵਾਈਜ਼ਡ ਕੈਟੇਗਰੀਜ਼ ਜਿਨ੍ਹਾਂ ਦੀ ਗਿਣਤੀ 83 ਨੇ, 83 ਹੈ, 83 ਦੇ ਵਿੱਚ ਬਹੁਤ ਸਾਰੀਆਂ ਕੈਟੇਗਰੀਜ਼ ਉਹ ਨੇ ਜਿਨ੍ਹਾਂ ਨੂੰ 2011 ਦੇ ਵਿੱਚ ਛੇੜਿਆ ਨਹੀਂ ਗਿਆ, ਉਵੇਂ ਦੀਆਂ ਉਵੇਂ ਰਹਿ ਗਈਆਂ। ਬਹੁਤ ਸਾਰੀਆਂ ਕੈਟੇਗਰੀਜ਼ ਉਹ ਨੇ ਜਿਨ੍ਹਾਂ ਤੋਂ ਘੱਟ ਕੁਆਲੀਫਿਕੇਸ਼ਨ ਵਾਲੇ, ਜਿਨ੍ਹਾਂ ਤੋਂ ਉਹਨਾਂ ਦੇ ਬਰਾਬਰ ਦੇ ਕੰਮ ਵਾਲੇ ਜਿਹੜੇ ਆ, ਘੱਟ ਕੁਆਲੀਫਿਕੇਸ਼ਨ ਵਾਲੇ ਵੀ ਬਰਾਬਰ ਦੇ ਕੰਮ ਵਾਲੇ ਵੀ 1900 ਗ੍ਰੇਡ ਪੇ ਤੋਂ 3200 ਗ੍ਰੇਡ ਪੇ ਤੇ ਗਏ ਨੇ, 2400 ਗ੍ਰੇਡ ਪੇ ਤੋਂ 3200 ਗ੍ਰੇਡ ਪੇ ਤੇ ਗਏ ਨੇ। ਪਰ ਉਹ ਕੈਟੇਗਰੀਜ਼ 1900 ਤੋਂ ਜਾਂ ਤੇ 1900 ਤੇ ਰਹੀਆਂ, 2400 ਵਾਲੀਆਂ 2400 ਤੇ ਰਹੀਆਂ, ਜਾਂ ਫਿਰ 1900 ਵਾਲੀਆਂ 2400 ਤੇ ਚਲੀਆਂ ਗਈਆਂ, ਜਾਂ ਫਿਰ 2400 ਵਾਲੀਆਂ 2800 ਤੇ ਚਲੀਆਂ ਗਈਆਂ। ਤਾਂ ਇਹ ਆਪਣੇ ਆਪ 'ਚ ਹੀ ਇੱਕ ਅਨੋਮਲੀ ਜਿਹੜੀ ਸੀ ਦਸੰਬਰ 2011 'ਚ ਫਿਰ ਬਣੀ, ਵੀ ਜਿਹਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਇਹ ਕੈਟੇਗਰੀਜ਼ ਵਾਲੇ ਲੋਕ ਆਪਣੇ ਆਪ ਨੂੰ ਪਛੜਿਆ ਮਹਿਸੂਸ ਕਰਦੇ ਆ, ਤੇ ਉਹਨਾਂ ਦਾ ਪੂਰਾ ਅਧਿਕਾਰ ਜਿਹੜਾ ਜਸਟੀਫਾਈਡ ਹੈ। ਜਦੋਂ ਅਸੀਂ ਉਹਦੇ ਤੇ ਗੱਲ ਕੀਤੀ ਵੀ ਉਹਨਾਂ ਨੂੰ ਤੁਸੀਂ ਕਿੰਨਾ ਵਾਧਾ ਦਿੰਦੇ ਹੋ ਤਾਂ ਕਿ 31/12/15 ਨੂੰ ਉਹ ਵੀ ਆਪਣੇ ਦੂਸਰੇ ਸਾਥੀਆਂ ਦੇ ਨਾਲ ਮਿਲ ਸਕਣ, ਜਿਹੜਾ ਪਿਛਲਾ ਉਹਨਾਂ ਨੂੰ ਘਾਟਾ ਪੈ ਗਿਆ ਉਹ ਤੇ ਪੈ ਗਿਆ, ਪਰ ਘੱਟੋ ਘੱਟ 31/12/15 ਨੂੰ ਉਹਦੀ ਪੂਰਤੀ ਹੋ ਸਕੇ। ਤਾਂ ਇਹਦੇ ਉੱਪਰ ਉਹਨਾਂ ਦਾ ਜਿਹੜਾ ਸੀ ਉਹ ਲਹਿਜਾ ਬਿਲਕੁਲ ਇਵੇਂ ਦਾ ਸੀ ਵੀ ਜਿਵੇਂ ਉਹ ਇਹਨਾਂ ਨੂੰ ਵੀ ਕੁਝ ਦੇਣ ਨੂੰ ਤਿਆਰ ਨਹੀਂ ਹੈ। ਰਾਦਰ ਉਹਨਾਂ ਦੀ ਇਹ ਪਾਲਿਸੀ ਸੀ ਕਿ ਅਨਰਿਵਾਈਜ਼ਡ ਕੈਟੇਗਰੀ ਨੂੰ ਜਿਹੜਾ ਸਾਂਝਾ ਫਰੰਟ ਹੈ ਉਹਦੇ ਖਿਲਾਫ ਖੜਾ ਕਰਨ ਦਾ ਇੱਕ
ਪ੍ਰੋਗਰਾਮ ਜਿਹੜਾ ਹੈ ਉਹ ਸਰਕਾਰ ਤੈਅ ਕਰੇ, ਕਿਉਂਕਿ ਸਰਕਾਰ ਨੇ ਪਿਛਲੇ ਸਮਿਆਂ 'ਚ ਸਾਂਝੇ ਅਧਿਆਪਕ ਮੋਰਚੇ ਦੀ ਲਹਿਰ ਨੂੰ ਵੀ ਜਦੋਂ ਫੇਲ ਕਰਨਾ ਸੀ ਤਾਂ ਉਹਦੇ ਵਿੱਚ ਵੀ ਅਧਿਆਪਕਾਂ ਦੇ ਨਾਲ ਲੜਾਉਣ ਦਾ ਇਹਨਾਂ ਨੇ ਯਤਨ ਕੀਤਾ ਸੀਗਾ, ਜਿਹਦੇ ਅੰਦਰ ਕੁਛ ਹੱਦ ਤੱਕ ਕਾਮਯਾਬ ਵੀ ਹੋਏ। ਹੁਣ ਇਹ ਦੁਬਾਰਾ ਫਿਰ ਉਹੀ ਖੇਡ, ਉਹੀ ਵਾਰ-ਵਾਰ ਵਰਤਾਰਾ ਜਿਹੜਾ ਸੀ ਦਿੱਲੀ ਕਿਸਾਨ ਮੋਰਚੇ ਦੇ ਅੰਦਰ ਵੀ ਇਹ 25 ਜਨਵਰੀ ਤੇ 26 ਜਨਵਰੀ ਨੂੰ ਘਟਿਆ ਹੈ। ਉਸ ਤੋਂ ਬਾਅਦ ਲਗਾਤਾਰ ਇਹਦੇ ਉੱਤੇ ਸਰਕਾਰ ਨੇ ਕੰਮ ਕੀਤਾ। ਇਸੇ ਤਰ੍ਹਾਂ ਹੀ ਇਹ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵੱਡਾ ਫਰੰਟ ਬਣਿਆ ਹੈ ਕਿਸਾਨ ਮੋਰਚੇ ਦੀ ਤਰਜ਼ ਤੇ, ਇਹਦੇ ਉੱਤੇ ਵੀ ਸਰਕਾਰ ਜਿਹੜੀ ਹੈ ਉਹ ਇਹ ਯਤਨ ਕਰ ਰਹੀ ਹੈ ਵੀ ਇਸ ਮੋਰਚੇ ਨੂੰ, ਇਸ ਸਾਂਝੇ ਅਨਰਿਵਾਈਜ਼ ਦੇ ਨਾਂ ਦੇ ਉੱਤੇ ਜਿਹੜਾ ਹੈ ਇਸ ਸਾਂਝੇ ਫਰੰਟ ਨੂੰ ਜਿਹੜਾ ਹੈ ਖੰਡਾ ਦਿੱਤਾ ਜਾਵੇ। ਇਹਦੇ ਵਿਰੁੱਧ ਇੱਕ ਮੁਹਿੰਮ ਜਿਹੜੀ ਹੈ ਪੰਜਾਬ ਦੇ ਅੰਦਰ ਚਰਚਾ ਚਲਵਾਈ ਜਾਵੇ। ਸੋ ਆਪਾਂ ਮੇਰਾ ਇੱਥੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਦੁਨੀਆ ਚੈਨਲ ਦੇ ਰਾਹੀਂ ਇਹੀ ਸੀਗਾ ਵੀ ਆਪਾਂ ਇਹਦੇ ਉੱਤੇ ਜਿਹੜਾ ਹੈ ਜ਼ਰੂਰ ਕੋਈ ਨਾ ਕੋਈ ਵਿਚਾਰ ਕਰੀਏ ਬਈ ਇਹ ਜਿਹੜੀ ਲੜਾਈ ਹੈ ਇਹ ਬੜੇ ਸਾਲਾਂ ਬਾਅਦ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੁਲਾਜ਼ਮਾਂ ਦੀ ਪਹਿਲੀ ਵਾਰ ਇੰਨੀ ਵੱਡੀ ਲੜਾਈ ਜਿਹੜੀ ਹੈ ਉਹਨੂੰ ਦੇਖ ਰਿਹਾ ਹਾਂ ਤੇ ਆਪਾਂ ਸਾਰੇ ਹੀ ਇਹਦਾ ਹਿੱਸਾ ਹਾਂ। ਇਹ ਬਹੁਤ ਵੱਡੇ ਸਾਡੇ ਯਤਨਾਂ ਦੇ ਤੋਂ ਬਾਅਦ, ਪੰਜਾਬ ਦੀ ਮੁਲਾਜ਼ਮ ਲਹਿਰ ਦੇ ਹਰ ਕੋਨੇ ਦੇ ਯਤਨਾਂ ਤੋਂ ਬਾਅਦ ਇਹ ਸਾਂਝਾ ਫਰੰਟ ਹੋਂਦ ਵਿੱਚ ਆਇਆ ਹੈ। ਤੇ ਸ਼ਾਇਦ ਇਹ ਯੁੱਗ ਪਲਟ ਰਿਹਾ ਹੈ। ਜਿਹੜੇ ਬੇਜ਼ੁਬਾਨੇ ਹੈ ਉਹਨਾਂ ਨੂੰ ਆਵਾਜ਼ ਮਿਲ ਰਹੀ ਹੈ, ਉਹਨਾਂ ਨੂੰ ਜ਼ੁਬਾਨ ਮਿਲ ਰਹੀ ਹੈ। ਵੇਖੋ ਦਿੱਲੀ ਦੇ ਕਿਸਾਨ ਮੋਰਚੇ ਨੇ ਸਾਨੂੰ ਸਾਰਿਆਂ ਨੂੰ ਇੱਕ ਲਾਈਨ ਰੰਗਾਂ ਦੇ ਵਿੱਚ ਖਿੰਡੇ ਜਾਣ ਤੋਂ ਬਚਣ ਦੀ ਦਿਸ਼ਾ, ਉਹ ਦਿਸ਼ਾ ਹੈ ਸਰਕਾਰ ਦੇ ਵਿਰੁੱਧ ਵੱਡੀ ਲੜਾਈ ਨੂੰ, ਵੱਡੀ ਮੁਹਿੰਮ ਨੂੰ ਲਾਮਬੰਦ ਕਰਨ ਦੀ ਦਿਸ਼ਾ। ਉਹ ਦਿਸ਼ਾ ਹੈ ਜਿਹੜੀਆਂ 1991 ਦੇ ਅੰਦਰ ਨੀਤੀਆਂ ਆਈਆਂ ਸੀ, ਜਿਹੜੀਆਂ ਨੀਤੀਆਂ ਨੇ ਫੈਸਲਾ ਕੀਤਾ ਹੈ ਕਿ ਸਾਰਾ ਸਰਕਾਰੀ ਖੇਤਰ, ਸਾਰਾ ਉਹ ਸਾਂਝੀਵਾਲਤਾ ਦਾ ਖੇਤਰ, ਸਾਰਾ ਉਹ ਖੇਤਰ ਜਿਹੜਾ ਸਾਡੀ ਬੁਢਾਪੇ ਤੱਕ ਦੀ, ਮਰਨ ਤੱਕ ਦੀ ਗਰੰਟੀ ਚੁੱਕਦਾ ਹੈ, ਉਹ ਸਾਰੇ ਖੇਤਰ ਨੂੰ ਖਤਮ ਕਰ ਦਿੱਤਾ ਜਾਵੇ ਤੇ ਉਹਦੀ ਥਾਂ ਤੇ ਲੋਕਾਂ ਦੀ ਰੱਤ ਚੂਸਣ ਵਾਲਾ, ਲੋਕਾਂ ਦਾ ਲਹੂ ਪੀਣ ਵਾਲਾ ਇੱਕ ਉਹ ਖੇਤਰ, ਪ੍ਰਾਈਵੇਟ ਖੇਤਰ, ਨਿੱਜੀ ਖੇਤਰ ਖੜਾ ਕਰ ਦਿੱਤਾ ਜਾਵੇ। ਜਿਹੜਾ ਖੇਤਰ ਜਿਹੜਾ ਹੈ ਲੋਕਾਂ ਨੂੰ ਪੈਰ ਪੈਰ ਦੇ ਉੱਤੇ ਜਿਹੜਾ ਜਲੀਲ ਕਰਦਾ ਹੈ, ਉਹਨਾਂ ਨੂੰ ਗਰੀਬੀ 'ਚ ਧੱਕਦਾ ਹੈ, ਉਹਨਾਂ ਦੀ ਪੈਨਸ਼ਨ ਖੋਹਦਾ ਹੈ, ਉਹਨਾਂ ਦਾ ਰੁਜ਼ਗਾਰ ਖੋਹਦਾ ਹੈ, ਉਹਨਾਂ ਨੂੰ ਠੇਕੇ ਤੇ ਰੱਖ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ, ਉਹਨਾਂ ਨੂੰ ਮਾਣ ਭੱਤੇ ਦੇ ਉੱਤੇ 2-2 ਹਜ਼ਾਰ ਰੁਪਈਆ ਦੇ ਕੇ ਜਿਹੜਾ ਉਹਨਾਂ ਕੋਲੋਂ ਜਿਹੜਾ 20-25 ਹਜ਼ਾਰ ਰੁਪਈਏ ਦਾ ਕੰਮ ਲੈਂਦਾ ਹੈ। ਇਸ ਕਰਕੇ ਉਸ ਖੇਤਰ ਦੇ ਖਿਲਾਫ ਜਿਹੜੀ ਇਹ ਸਾਡੀ ਲੜਾਈ ਹੈ, ਇਹ ਅਸਲ ਦੇ ਅੰਦਰ ਸਾਂਝੇ ਫਰੰਟ ਦੀ ਲੜਾਈ ਜਿਹੜੀ ਹੈ ਇਹ ਵਿਚਾਰਧਾਰਕ ਜੰਗ ਹੈ, ਇਹ ਵਿਚਾਰਧਾਰਕ ਸੰਘਰਸ਼ ਹੈ। ਜਿਹੜਾ ਸੰਘਰਸ਼ ਕਿ ਇਸ ਦੇਸ਼ ਦੇ ਅੰਦਰ ਸਾਰੇ ਵਸੀਲਿਆਂ ਦੇ ਉੱਤੇ ਇਸ ਦੇਸ਼ ਦੇ ਲੋਕਾਂ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ, ਕਿ ਇਹ ਸਾਰਾ ਦੇਸ਼ ਜਿਹੜਾ ਇਹਨਾਂ ਨੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਸਾਡੇ ਕੋਲ ਜਿਉਣ ਦੇ ਸਾਰੇ ਸਾਧਨ ਜਿਹੜੇ ਉਹ ਸੀਮਤ ਕਰ ਦੇਣੇ ਆ ਤਾਂ ਕਿ ਅਸੀਂ ਸਿਰਫ ਜਿਉਂਦੇ ਰਹਿ ਸਕੀਏ ਤੇ ਇਹਨਾਂ ਦੇ ਗੁਲਾਮਾਂ ਵਾਂਗ ਕੰਮ ਕਰ ਸਕੀਏ। ਇਹਦੇ ਲਈ ਜ਼ਰੂਰੀ ਹੈਗਾ ਏ ਬਈ ਅਸੀਂ ਸਾਂਝੇ ਫਰੰਟ ਦੀ ਤਾਕਤ ਜਿਹੜੀ ਹੈ ਉਹਨੂੰ ਉਹਦੇ ਵਿੱਚ ਹੋਰ ਵਾਧਾ ਕਰੀਏ, ਉਹ ਸਾਂਝੇ ਫਰੰਟ ਦੀ ਤਾਕਤ ਨੂੰ ਕਲਮੀਨੇਟ ਕਰੀਏ ਤਾਂ ਕਿ ਆਪਾਂ ਇਹ ਪੰਜਾਬ ਦੇ ਅੰਦਰ ਜਿਹੜੀ ਵੱਡੀ ਹੋ ਰਹੀ ਲੜਾਈ ਹੈ, ਜਿਹੜਾ ਸੰਘਰਸ਼ ਦਾ ਮੈਦਾਨ, ਜਿਹੜੀ ਸੰਘਰਸ਼ ਦੀ ਕੈਨਵਸ ਬਹੁਤ ਵੱਡੀ ਹੋ ਗਈ ਹੈ, ਉਸ ਕੈਨਵਸ ਨੂੰ ਆਪਾਂ ਕੌਮੀ ਪੱਧਰ ਦੇ ਉੱਤੇ ਕਿਵੇਂ ਫਾਈਟ ਦੇ ਵਿੱਚ ਤਬਦੀਲ ਕਰਨਾ ਹੈ। ਕਿਉਂਕਿ ਇਹ ਜਿਹੜੀ ਜਿੰਨਾ ਵੀ ਕੁਛ ਹੈ ਇਹ ਸਾਰਾ ਕੁਛ ਇਕੱਲੇ ਪੰਜਾਬ ਦੇ ਹਾਕਮਾਂ ਦੇ ਵਿਰੁੱਧ ਲੜ ਕੇ ਅਸੀਂ ਨਹੀਂ ਬਦਲ ਸਕਦੇ। ਇਹਦੇ ਲਈ ਸਾਨੂੰ ਸਾਂਝੇ ਤੌਰ ਤੇ ਜਿੱਥੇ ਪੰਜਾਬ ਦੇ ਅੰਦਰ ਲੜਦੇ ਆ ਸਾਨੂੰ ਲੜਨਾ ਪਏਗਾ, ਆਪਣੇ ਅਧਿਕਾਰਾਂ ਦੀ ਗੱਲ ਕਰਦੇ ਆ ਸਾਨੂੰ ਕਰਨੀ ਪਏਗੀ, ਪੱਕੇ ਹੋਣ ਦੀ ਗੱਲ ਕਰਦੇ ਆ ਸਾਨੂੰ ਕਰਨੀ ਪਏਗੀ, ਕੰਟਰੈਕਟ ਸਿਸਟਮ ਦੀ ਬਿਮਾਰੀ ਦੇ ਵਿਰੁੱਧ ਲੜਦੇ ਆ ਇਹ ਸਾਡੀ ਡਿਊਟੀ ਹੈ, ਆਊਟਸੋਰਸਿੰਗ ਦੇ ਖਿਲਾਫ ਲੜਦੇ ਆ ਸਾਡੀ ਡਿਊਟੀ ਹੈ। ਇਸੇ ਤਰ੍ਹਾਂ ਹੀ ਮਾਣ ਭੱਤੇ ਦੇ ਮੁਲਾਜ਼ਮ ਜਿਹੜੇ ਉਹਨਾਂ ਨੂੰ ਘੱਟੋ ਘੱਟ ਜਿਉਣ ਜੋਗੀ ਓਨੀ ਉਜਰਤ ਤੇ ਮਿਲੇ ਜਿਹਦੇ ਨਾਲ ਉਹ 1 ਮਹੀਨਾ ਰੋਟੀ ਖਾ ਸਕਣ, ਜਿਹਦੇ ਨਾਲ ਉਹ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਸਕੂਲ ਦੀਆਂ ਕਿਤਾਬਾਂ ਤੇ ਉਹਨਾਂ ਨੂੰ ਬੈਗ ਬਸਤਾ ਲੈ ਕੇ ਦੇ ਸਕਣ, ਘੱਟ ਤੋਂ ਘੱਟ ਇੰਨੀ ਉਜਰਤ ਤੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਨਾ। ਇਹ ਲੜਾਈ ਅਸੀਂ ਉਹ ਲੜ ਰਹੇ ਹਾਂ ਤੇ ਲੜਾਈ ਲੜ ਕਿਹਨਾਂ ਦੇ ਖਿਲਾਫ ਰਹੇ ਹਾਂ? ਜਿਹੜੇ ਇਸ ਦੇਸ਼ ਦੇ ਜਲ, ਜੰਗਲ, ਜ਼ਮੀਨ, ਇਸ ਦੇਸ਼ ਦੇ ਜਿੰਨੇ ਸਰੋਤ ਨੇ ਜਿਹੜੇ ਧਰਤੀ ਦੇ ਹੇਠਾਂ ਦੱਬੇ ਪਏ ਨੇ ਖਜ਼ਾਨੇ, ਇਸ ਦੇਸ਼ ਦੀ ਹਵਾ, ਇੱਥੋਂ ਤੱਕ ਕਿ 2G 3G 4G ਸਪੈਕਟਰਮ ਉਹਨਾਂ ਨੂੰ ਖਾ ਰਹੇ ਨੇ। ਹਵਾ ਦੇ ਅੰਦਰ ਸਾਰਾ ਕੁਝ ਸਾਡੇ ਭੁੱਖ ਦੇ ਸੌਦੇ ਕੀਤੇ ਜਾ ਰਹੇ ਆ ਤੇ ਸਾਡਾ ਸਾਰਾ ਕੁਝ ਖੋਇਆ ਜਾ ਰਿਹਾ। ਉਹਦੇ ਖਿਲਾਫ ਇੱਕ ਲੜਾਈ ਹੈ ਤੇ ਇਸ ਲੜਾਈ ਦੇ ਅੰਦਰ ਸਾਂਝਾ ਫਰੰਟ ਇੱਕ ਲੋਕਾਂ ਇਹਦੇ ਚਾਨਣ ਨੂੰ ਹੋਰ ਖਿਲਾਰਨਾ ਹੈ। ਹੁਣ ਇਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਰਹਿ ਗਈਆਂ ਕਿਉਂਕਿ ਸਾਨੂੰ ਮੀਟਿੰਗ ਜਿਹੜੀ ਸੀ ਉਹ ਵਿੱਚ ਬਰਖਾਸਤ ਕਰਕੇ ਕਹਿ ਕੇ ਬਈ ਅਸੀਂ ਫੌਰੀ ਇਹਦਾ ਕੋਈ ਫੈਸਲਾ ਨਹੀਂ ਕਰ ਸਕਦੇ। ਸਾਨੂੰ 4 ਅਗਸਤ ਦੀ ਮੀਟਿੰਗ ਜਿਹੜੀ ਸੀ ਉਹਨੂੰ ਜਿਹੜਾ ਪੋਸਟਪੋਨ ਕਰਨਾ ਪਿਆ। ਅਸੀਂ ਬਾਹਰ ਆ ਕੇ ਆਪਣੀ ਮੀਟਿੰਗ ਕੀਤੀ, ਫੈਸਲਾ ਕੀਤਾ ਕਿ ਸਰਕਾਰ ਸਾਡੇ ਨਾਲ ਇੱਕ ਪੇ ਕਮਿਸ਼ਨ ਦੀ ਗਰਾਰੀ ਤੇ ਅੜ ਗਈ ਹੈ। ਸਰਕਾਰ ਸਾਡੇ ਪਹਿਲੇ ਨੁਕਤੇ ਦੇ ਉੱਤੇ ਪਹਿਲੇ ਤੇ ਕਾਂਟਾ ਫਸ ਗਿਆ ਕਿ 3 ਮੀਟਿੰਗਾਂ ਸਾਡੀਆਂ 3 ਦਿਨ ਲਗਾਤਾਰ 30 ਜੁਲਾਈ 3 ਅਗਸਤ ਤੇ 4 ਅਗਸਤ ਇਹ 3 ਮੀਟਿੰਗਾਂ ਜਿਹੜੀਆਂ ਸਾਡੀਆਂ ਪੇ ਕਮਿਸ਼ਨ ਤੇ ਫਸੀਆਂ ਰਹੀਆਂ। ਜਦ ਕਿ 30 ਜੁਲਾਈ ਦੀ ਮੀਟਿੰਗ ਦੇ ਅੰਦਰ ਸਾਡੀ ਚਰਚਾ ਦੇ ਵਿੱਚ ਕੱਚੇ ਮੁਲਾਜ਼ਮਾਂ ਦੇ ਉੱਤੇ ਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਤੇ ਚਰਚਾ ਹੋਈ।
ਅਸੀਂ ਸਰਕਾਰ ਨੂੰ ਇਹ ਸੰਕੇਤ ਦਿੱਤਾ ਕਿ ਜਿਹੜਾ ਖਰੜਾ ਤੁਸੀਂ ਇਹਨਾਂ ਨੂੰ ਪੱਕੇ ਕਰਨ ਦਾ ਲਿਆ ਰਹੇ ਹੋ, ਉਸ ਖਰੜੇ ਦੇ ਨਾਲ ਪੰਜਾਬ ਦੇ 10-15% ਮੁਲਾਜ਼ਮ ਵੀ ਸ਼ਾਇਦ ਪੱਕੇ ਨਹੀਂ ਹੋਣ ਵਾਲੇ, ਕਿਉਂਕਿ ਉਹ ਖਰੜੇ ਦੀਆਂ ਸ਼ਰਤਾਂ, ਇੱਕ ਤਾਂ ਉਹਦਾ ਸਮਾਂ 10 ਸਾਲ ਕੀਤਾ ਹੋਇਆ ਹੈ ਤੇ 10 ਸਾਲ ਤੋਂ ਸਮਾਂ ਘਟਾਉਣ ਦੀ ਗੱਲ ਹੈ ਕਿ ਅਸੀਂ ਮੰਗ ਰੱਖੀ ਹੈ ਕਿ 3 ਸਾਲ ਵਾਲੇ ਸਾਰੇ ਮੁਲਾਜ਼ਮ ਪੱਕੇ ਕਰਨੇ ਚਾਹੀਦੇ ਆ। ਦੂਸਰਾ, ਉਹਦੇ ਅੰਦਰ ਪੋਸਟਾਂ ਦੀ ਇੱਕ ਗੈਰ ਜ਼ਰੂਰੀ ਸ਼ਰਤ ਲਾਈ ਹੋਈ ਹੈ ਕਿ ਖਾਲੀ ਪੋਸਟਾਂ ਤੇ ਪੱਕੇ ਹੋਣਗੇ। ਜੇ ਖਾਲੀ ਪੋਸਟਾਂ ਤੇ ਪੱਕੇ ਹੋਣਗੇ ਫਿਰ ਐਸਐਸਏ ਦੇ ਕਰਮਚਾਰੀ, ਐਨਐਚਐਮ ਦੇ ਕਰਮਚਾਰੀ, ਇਵੇਂ ਹੀ ਹੋਰ ਸਕੀਮਾਂ ਸੁਸਾਇਟੀਆਂ 'ਚ ਕੰਮ ਕਰਦੇ 69 ਹੈ, ਕਿਸੇ ਵਿਭਾਗ ਦੇ ਅੰਦਰ 200 ਹੈ, ਕਿਸੇ ਦੇ ਅੰਦਰ 300 ਹੈ। ਇਸ ਕਰਕੇ ਖਾਲੀ ਪੋਸਟਾਂ ਤੇ ਉਹ ਸਾਰਾ ਜੀਵਨ ਪੱਕੇ ਹੁੰਦੇ ਰਹਿਣਗੇ, ਉਹਨਾਂ ਦੀ ਵਾਰੀ ਨਹੀਂ ਆਏਗੀ। ਸੋ ਅਸੀਂ ਇਸ ਨੂੰ ਰਿਜੈਕਟ ਕਰਕੇ, ਜਿਹਦੇ ਨਾਲ ਸਾਰੇ ਮੁਲਾਜ਼ਮ ਪੱਕੇ ਸੇਵਕਾਂ ਜਿਹੜੇ ਦਾ ਉਹਨਾਂ ਹੀ ਅਧਿਕਾਰ ਹੈ ਜਿੰਨਾ ਬਾਕੀਆਂ ਦਾ ਅਧਿਕਾਰ ਹੈ। ਇਹ ਦੇਸ਼ ਸਭ ਦਾ ਸਾਂਝਾ ਦੇਸ਼ ਹੈ। ਇਸ ਕਰਕੇ ਇਹ ਜਿਹੜੀ ਇਹ ਸਰਕਾਰ ਦਾ ਚੋਣ ਮੈਨੀਫੈਸਟੋ ਹੈ। ਚੋਣ ਮੈਨੀਫੈਸਟੋ 'ਚ ਪੰਜਾਬ ਦੀ ਸਰਕਾਰ ਨੇ 2017 ਦੇ ਸ਼ੁਰੂ 'ਚ ਮੰਨਿਆ ਹੈ ਵੀ ਅਸੀਂ ਆਪਣੀ ਸਰਕਾਰ ਬਣਨ ਤੋਂ ਬਾਅਦ NPS ਵਾਲੇ ਜਿਹੜੇ ਆ ਉਹਨਾਂ ਨੂੰ ਫੌਰੀ ਰੈਗੂਲਰ, ਉਹ ਅਸੀਂ ਪੁਰਾਣੀ ਪੈਨਸ਼ਨ ਦੇ ਘੇਰੇ 'ਚ ਲਿਆਵਾਂਗੇ, ਕਿਉਂਕਿ NPS ਦਾ ਮੁੱਦਾ ਜਿਹੜਾ ਇਹਦੇ ਵਿੱਚ ਜਿਹੜਾ ਕਾਨੂੰਨ ਹੈ NPS ਵਾਲਾ, ਇਹਦੇ ਅੰਦਰ ਇਹ ਰਾਜਾਂ ਨੂੰ ਅਧਿਕਾਰ ਹੈ ਵੀ ਰਾਜ ਆਪਣੀ ਮਰਜ਼ੀ ਦੇ ਨਾਲ NPS ਨੂੰ ਲਾਗੂ ਕਰ ਸਕਦੇ ਆ ਤੇ ਲਾਗੂ ਨਹੀਂ ਵੀ ਕਰ ਸਕਦੇ। ਇਸ ਕਰਕੇ ਉਹਦਾ ਸਵਾਲ, ਅਸੀਂ ਸਾਰੇ ਸਵਾਲਾਂ ਤੇ ਇਹ ਚਰਚਾ ਕੀਤੀ ਸੀ, ਪਰ ਇਹ ਚਰਚਾ 3 ਅਗਸਤ ਦੀ ਮੀਟਿੰਗ ਦੇ ਅੰਦਰ ਇਹ ਕਹਿ ਕੇ ਵੀ ਆਪਾਂ ਪਹਿਲਾਂ ਪੇ ਕਮਿਸ਼ਨ ਵਾਲਾ ਕੰਮ ਨਿਬੜ ਲਈਏ, ਉਸ ਤੋਂ ਬਾਅਦ ਇਹ ਚਰਚਾ ਚਲਾਵਾਂਗੇ। ਅਸੀਂ 3 ਅਗਸਤ ਨੂੰ ਵੀ ਕਿਹਾ ਵੀ ਇਹ ਸਾਰੀ ਸਾਂਝੀ ਚਰਚਾ ਹੋਣੀ ਹੈ, ਇਹ ਚਰਚਾ ਨੂੰ ਅਸੀਂ ਪਾਰਟਸ ਵਿੱਚ ਨਹੀਂ ਕਰਨਾ। 4 ਅਗਸਤ ਦੀ ਮੀਟਿੰਗ ਦੇ ਅੰਦਰ ਵੀ ਪਹਿਲੇ ਨੁਕਤੇ ਦੇ ਉੱਤੇ ਹੀ ਸਾਰਾ ਕਾਂਟਾ ਜਿਹੜਾ ਸੀ 2.5 ਘੰਟੇ ਫਸਿਆ ਰਿਹਾ। ਅਸੀਂ 4 ਅਗਸਤ ਨੂੰ ਵੀ ਕਿਹਾ ਵੀ ਦੂਸਰੇ ਮੁਲਾਜ਼ਮਾਂ ਦੀ ਕਰਨੀ ਹੈ, 4-5 ਮੰਗਾਂ ਦਾ ਚਾਰਟਰ ਹੈ, ਅਸੀਂ ਇਹਨਾਂ ਮੰਗਾਂ ਦੇ ਉੱਤੇ ਵਿਆਪਕ ਚਰਚਾ ਕਰਨੀ ਹੈ ਤੇ ਅਸੀਂ ਸਾਰੀਆਂ ਮੰਗਾਂ ਦਾ ਕੋਈ ਨਾ ਕੋਈ ਹੱਲ ਹੋਣਾ ਹੈ। ਉਹ ਜਿਹੜੀਆਂ ਸੱਚੀ ਸਰਕਾਰ ਦੇ ਖਿਲਾਫ ਲੜਨ ਦੇ ਵਿੱਚ ਯਕੀਨ ਰੱਖਦੀਆਂ, ਜਿਹੜੀਆਂ ਇਹ ਯਕੀਨ ਰੱਖਦੀਆਂ ਕਿ ਇਹ ਲੜਾਈ ਬਹੁਤ ਜ਼ਰੂਰੀ ਹੈ, ਸਾਡੇ ਰੁਜ਼ਗਾਰ ਲਈ ਬਹੁਤ ਜ਼ਰੂਰੀ ਹੈ, ਸਾਡੇ ਭਵਿੱਖ ਲਈ ਬਹੁਤ ਜ਼ਰੂਰੀ ਹੈ, ਤੇ ਉਹਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਅਸੀਂ ਵਿਰਸੇ ਦੇ ਵਿੱਚ, ਵਿਰਾਸਤ ਦੇ ਅੰਦਰ ਇਹ ਰੁਜ਼ਗਾਰ ਤੇ ਇਹ ਪੋਸਟਾਂ ਸਾਰੀਆਂ ਛੱਡ ਕੇ ਜਾਣੀਆਂ ਹੈ, ਇਹ ਜਿਹੜੇ ਰੈਗੂਲਰ ਰੁਜ਼ਗਾਰ ਛੱਡ ਕੇ ਜਾਣਾ ਹੈ। ਕਿਉਂਕਿ ਜਦੋਂ ਕੋਈ ਵਿਭਾਗ ਰੈਗੂਲਰ ਪੋਸਟਾਂ ਜਿਹੜੀਆਂ ਉਹ ਭਰਨ 'ਚ ਕਾਮਯਾਬ ਹੁੰਦਾ ਹੈ ਤਾਂ ਉਸ ਵਿਭਾਗ ਦੀ ਉਸੇ ਦਿਨ 20 ਸਾਲ 22 ਸਾਲ ਉਮਰ ਵੱਧ ਜਾਂਦੀ ਹੈ। ਜੇਕਰ ਵਿਭਾਗਾਂ ਦੇ ਅੰਦਰ ਰੈਗੂਲਰ ਪੋਸਟਾਂ, ਪੱਕੀਆਂ ਪੋਸਟਾਂ ਖਤਮ ਹੋ ਜਾਣਗੀਆਂ, ਘਟ ਜਾਣਗੀਆਂ, ਤੇ ਉਹਦੇ ਅੰਦਰ ਠੇਕੇ ਵਾਲੇ ਤੇ ਕੱਚੇ ਤੇ ਮਾਣ ਭੱਤੇ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੱਧ ਜਾਵੇਗੀ, ਤਾਂ ਸਮਝ ਲਓ ਕਿ ਉਸ ਵਿਭਾਗ ਦਾ ਬਹੁਤ ਜਲਦ ਭੋਗ ਪੈ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਵਿਭਾਗਾਂ ਦੀ ਉਮਰ ਕੱਲੀ ਲੰਬੀ ਨਾ ਹੋਵੇ, ਇਹ ਉਮਰ ਪੱਕੀ ਹੋਵੇ, ਇਹ ਪਰਮਾਨੈਂਟ ਨੇਚਰ ਹੋਵੇ, ਵੀ ਸਰਕਾਰ ਨੂੰ ਮਜਬੂਰ ਕਰੀਏ ਕਿ ਕੋਈ ਵੀ ਉਹ ਕੰਮ ਜਿਹੜਾ ਕੰਮ ਪਰਮਾਨੈਂਟ ਨੇਚਰ ਦਾ ਹੈ, ਜਿਵੇਂ ਐਜੂਕੇਸ਼ਨ ਪਰਮਾਨੈਂਟ ਨੇਚਰ ਦੀ ਹੈ, ਸਹੂਲਤਾਂ ਪਰਮਾਨੈਂਟ ਨੇਚਰ ਦੀਆਂ ਹੈ, ਟਰਾਂਸਪੋਰਟ ਸਹੂਲਤਾਂ ਪਰਮਾਨੈਂਟ ਨੇਚਰ ਦੀਆਂ ਹੈ। ਪਾਣੀ ਵਾਲਾ ਕਿ ਪੰਜਾਬ 16ਵੇਂ ਨੰਬਰ ਦਾ ਸੂਬਾ ਬਣ ਗਿਆ, ਹੁਣ ਇਹ 16ਵੇਂ ਨੰਬਰ ਦਾ ਕਿੰਨੇ ਬਣਾ ਦਿੱਤਾ? ਇੱਥੇ ਰਾਜ ਦੇ ਕਾਂਗਰਸ ਅਕਾਲੀਆਂ ਤੋਂ ਬਗੈਰ ਕਿਸੇ ਨੇ ਕੀਤਾ ਨਹੀਂ। ਇਸ ਕਰਕੇ 16ਵੇਂ ਨੰਬਰ ਤੇ ਖਿਸਕਾਉਣ ਦੇ ਅੰਦਰ ਜਿਨ੍ਹਾਂ ਦਾ ਯੋਗਦਾਨ ਹੈ, ਅਸੀਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਖਿਲਾਫ ਅਸੀਂ ਆਪਣੀ ਲਾਮਬੰਦੀ ਨਾ ਕਰੀਏ, ਅਸੀਂ ਲੋਕਾਂ ਨੂੰ ਜਾਗਰਤ ਨਾ ਕਰੀਏ, ਤਾਂ ਮੈਂ ਸਮਝਦਾ ਇਹ ਵੀ ਠੀਕ ਨਹੀਂ ਹੈ। ਸਾਨੂੰ ਇਹ ਲੈ ਕੇ ਜਾਣਾ ਚਾਹੀਦਾ। ਤੇ ਸਭ ਤੋਂ ਆਖਰੀ ਗੱਲ ਕਿ ਸਰਕਾਰ ਨੇ ਜਿਹੜੀ ਉਹ ਮੀਟਿੰਗ ਸੀਗੀ 4 ਅਗਸਤ ਵਾਲੀ, ਜਿਹਦੀ ਚਰਚਾ ਆਪਾਂ ਕੱਲ ਨੂੰ 7 ਅਗਸਤ ਨੂੰ ਕਰਨੀ ਹੈ, ਉਹਦੇ ਅੰਦਰ ਉਹਨਾਂ ਨੇ ਮੀਟਿੰਗ ਦੀ ਸਮਾਪਤੀ ਜਿਹੜੀ ਸੀ ਉਹ ਇੱਦਾਂ ਨਹੀਂ ਕੀਤੀ ਕਿ ਬੜੇ ਖੁਸ਼ਗਵਾਰ ਮਾਹੌਲ ਦੇ ਅੰਦਰ ਉਹਨਾਂ ਨੇ ਸਾਨੂੰ ਕਿਹਾ ਹੋਵੇ। ਉਹਨਾਂ ਨੇ ਮੀਟਿੰਗ ਦੇ ਅੰਦਰ ਸਾਨੂੰ ਇੱਕ ਮਿੱਠੀ ਜੀ ਧਮਕੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਵੀ ਤੁਸੀਂ ਇਹ ਮੰਨ ਜਾਓ, ਨਹੀਂ ਤੇ ਇਹ ਮਤ ਸਮਝਿਓ। ਇਹ ਮੰਤਰੀਆਂ ਦੇ ਰਾਹੀਂ ਜਿਹੜੀ ਗੱਲ ਬਕਾਇਦਾ ਸਪੀਕਰ 'ਚ ਬੋਲ ਕੇ ਕਹੀ ਗਈ ਵੀ ਇਹ ਤੁਸੀਂ ਮੰਨ ਜਾਓ, ਤੁਹਾਨੂੰ ਬੇਨਤੀ ਹੈ ਮੰਨ ਜਾਓ, ਜੇ ਤੁਸੀਂ ਨਹੀਂ ਮੰਨੋਗੇ ਤਾਂ ਤੁਸੀਂ ਇਹ ਨਾ ਸਮਝੋ ਕਿ ਚੋਣਾਂ ਨੇੜੇ ਹੈ ਤੇ ਚੋਣਾਂ ਦੇ ਅੰਦਰ ਸਰਕਾਰ ਮਜਬੂਰ ਹੁੰਦੀ ਹੈ। ਸਰਕਾਰ ਮਜਬੂਰ ਨਹੀਂ ਹੁੰਦੀ, ਸਰਕਾਰ ਐਕਸ਼ਨ ਵੀ ਕਰ ਸਕਦੀ ਹੈ, ਸਰਕਾਰ ਸਖਤੀ ਵੀ ਕਰ ਸਕਦੀ ਹੈ। ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਕਿਹਾ, ਤਾਂ ਅਸੀਂ ਵੀ ਸਾਂਝੇ ਫਰੰਟ ਵੱਲੋਂ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆ ਇਹ ਗੱਲ ਕਹੀ ਵੀ ਠੀਕ ਹੈ ਜੀ, ਇਹ ਦੱਸਣ ਲਈ ਕਿ ਸਰਕਾਰ ਮਜਬੂਰ ਨਹੀਂ ਹੁੰਦੀ, ਕਿਉਂਕਿ ਅਸੀਂ ਤਾਂ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਮਜਬੂਰ ਤੇ ਇਸ ਦੇਸ਼ ਦੇ ਲੋਕ ਨੇ, ਮਜਬੂਰ ਤੇ ਇਸ ਦੇਸ਼ ਦੇ ਉਹ ਪਛਿੰਦੇ ਨੇ ਜਿਹੜੇ ਸਾਰੀਆਂ ਉਮਰਾਂ ਕੱਚੇ ਰਹਿ ਕੇ ਲੰਘਾ ਜਾਂਦੇ ਆ, ਜਿਹੜੇ ਠੇਕੇ ਤੇ ਕੰਮ ਕਰ ਕਰਕੇ ਜਿਨ੍ਹਾਂ ਦੀ ਦਾੜੀਆਂ ਚਿੱਟੀਆਂ ਹੋ ਜਾਂਦੀਆਂ, ਜਿਨ੍ਹਾਂ ਦੀਆਂ ਉਮਰਾਂ ਜਿਹੜੀਆਂ ਠੇਕੇ ਤੇ ਕੰਮ ਕਰਦਿਆਂ ਲੰਘ ਜਾਂਦੀਆਂ। ਮਜਬੂਰ ਤੇ ਉਹ ਲੋਕ ਨੇ ਜਿਹੜੇ 1500 2200 ਰੁਪਏ ਦੇ ਵਿੱਚ ਇਹ ਉਡੀਕਦੇ ਆ, ਇਸ ਜਾਨੋਂ ਕੂਚ ਕਰ ਜਾਂਦੇ ਆ ਕਿ ਸ਼ਾਇਦ ਸਾਨੂੰ ਵੀ ਘੱਟੋ ਘੱਟ ਉਜਰਤ ਮਿਲੇਗੀ। ਮਜਬੂਰ ਤੇ ਉਹ ਲੋਕ ਹੁੰਦੇ ਆ। ਮਜਬੂਰ ਲੋਕ ਤੇ ਸੜਕਾਂ ਤੇ ਨਿਕਲ ਕੇ ਲੜਦੇ ਆ। ਜਿਹੜੇ ਦਿੱਲੀ ਦੇ ਅੰਦਰ ਕਿਸਾਨਾਂ ਦਾ ਮੋਰਚਾ ਬੈਠਾ ਹੈ, ਉਹ ਉੱਥੇ ਸਟੇਟ ਪਾਵਰ ਦਾ ਕਰਕੇ ਨਹੀਂ ਗਿਆ, ਉਹਨਾਂ ਕੋਲ ਕੋਈ ਸੂਬੇ ਦੀ ਸਟੇਟ ਦੀ ਤਾਕਤ ਨਹੀਂ ਹੈ। ਉਹ ਤੇ ਆਪਣੀਆਂ ਮਜਬੂਰੀਆਂ 'ਚੋਂ, ਆਪਣੀਆਂ ਥੁੜਾਂ 'ਚੋਂ ਉੱਥੇ ਗਏ ਆ ਬਈ ਅਸੀਂ ਹੋਰ ਜ਼ਿਆਦਾ ਮਜਬੂਰੀ ਜਿਹੜੀ ਹੈ ਇਹਨੂੰ ਸਹਿਣ ਨਹੀਂ ਕਰ ਸਕਦੇ। ਇਵੇਂ ਅਸੀਂ ਸਰਕਾਰ ਨੂੰ ਕਹਿ ਕੇ ਆਏ ਆ
ਇਹ ਗੱਲ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਜਿਨ੍ਹਾਂ ਦੀ ਗਿਣਤੀ 6 ਲੱਖ ਹੈ, ਅਸੀਂ ਉਹਨਾਂ ਵੱਲੋਂ ਇਹ ਜ਼ਿੰਮੇਵਾਰੀ ਨਾਲ ਕਹਿ ਕੇ ਆਏ ਹਾਂ ਕਿ ਸਾਨੂੰ ਇਸ ਗੱਲ ਦਾ ਇਲਮ ਹੈ। ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਸਰਕਾਰ ਜਾਂ ਸਟੇਟ ਮਜਬੂਰ ਨਹੀਂ ਹੁੰਦੀ, ਮਜਬੂਰ ਲੋਕ ਹੁੰਦੇ ਆ। ਪਰ ਮਜਬੂਰ ਹੋਏ ਲੋਕ ਇਕੱਠੇ ਹੋ ਕੇ ਮੁਹਿੰਮਾਂ ਬਣਾ ਕੇ ਲੜਿਆ ਵੀ ਕਰਦੇ ਆ, ਤੇ ਅਸੀਂ ਲੜਨ ਲਈ ਤਿਆਰ ਹੈਗੇ ਆ। ਕੋਈ ਗੱਲ ਨਹੀਂ, ਤੁਸੀਂ ਜਿਹੜੀ ਮਜਬੂਰੀ ਤੋਂ ਬਾਹਰ ਆ ਕੇ ਜਿਹੜਾ ਕੰਮ ਕੋਈ ਕਰਨਾ ਹੈ ਤੁਸੀਂ ਉਹ ਕਰ ਸਕਦੇ ਹੋ। ਸਾਨੂੰ ਤੁਹਾਡੇ ਤੇ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ। ਲੋਕ ਸਦੀਆਂ ਤੋਂ ਲੜਦੇ ਆਏ ਹੈ, ਜ਼ੁਲਮ ਦੇ ਖਿਲਾਫ ਖੜ੍ਹਦੇ ਆਏ ਹੈ, ਜ਼ੁਲਮ ਦੇ ਖਿਲਾਫ ਖੜ੍ਹ ਕੇ ਤਸ਼ੱਦਦ ਝੱਲਦੇ ਆਏ ਹੈ, ਮਰਦੇ ਆਏ ਹੈ, ਆਪਣੇ ਬੱਚਿਆਂ ਨੂੰ ਮਰਵਾਉਂਦੇ ਆਏ ਹੈ। ਕੋਈ ਗੱਲ ਨਹੀਂ, ਪੰਜਾਬ ਦੇ ਮੁਲਾਜ਼ਮ ਲੜਨਗੇ ਤੇ ਇਹਦਾ ਫੈਸਲਾ ਆਪਾਂ ਕੱਲ੍ਹ ਕਰਾਂਗੇ ਵੀ ਆਪਣੀ ਹੋਣੀ ਕੀ ਹੈ, ਆਪਾਂ ਜਿਹੜੀ ਪੰਜਾਬ ਦੀ ਲਹਿਰ ਹੈ ਇਹਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ। ਸੋ ਕਿਰਪਾ ਕਰਕੇ ਸਾਰੇ ਸਾਥੀ 7 ਅਗਸਤ ਨੂੰ ਬਹੁਤ ਪੋਜ਼ਿਟਿਵ ਹੋ ਕੇ ਆਓ ਸਾਥੀਓ। ਕੋਈ ਵੀ ਮਨ ਦੇ ਅੰਦਰ ਸ਼ੰਕਾ ਲੈ ਕੇ ਨਾ ਆਓ। ਕੋਈ ਵੀ ਸਾਂਝੇ ਫਰੰਟ ਨੂੰ ਆਪਾਂ ਮਜ਼ਬੂਤ ਕਰਨਾ ਹੈ। ਸਾਂਝੇ ਫਰੰਟ ਨੂੰ ਕਿਸੇ ਵੀ ਕੀਮਤ ਤੇ ਖੜਾ ਕਰਕੇ ਰੱਖਣਾ ਇਹ ਸਾਡੀ ਜ਼ਿੰਮੇਵਾਰੀ ਹੈ। ਇਸ ਫਰੰਟ ਦੇ ਅੰਦਰ ਹਰ ਵਿਚਾਰਾਂ ਦੇ ਲੋਕ ਨੇ। ਇਸ ਫਰੰਟ ਦੇ ਅੰਦਰ ਲਾਲ ਰੰਗ ਤੋਂ ਲੈ ਕੇ ਨੀਲੇ, ਪੀਲੇ, ਕੇਸਰੀ ਸਾਰੇ ਰੰਗ ਮੌਜੂਦ ਹੈ। ਇਸ ਕਰਕੇ ਇਸ ਫਰੰਟ ਦੇ ਅੰਦਰ ਲੋਕਾਂ ਦੀ ਤਾਕਤ ਮੌਜੂਦ ਆ। ਇਸ ਫਰੰਟ ਦੇ ਅੰਦਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਵਾਸ ਮੌਜੂਦ ਆ। ਆਪਾਂ ਇਸ ਵਿਸ਼ਵਾਸ ਨੂੰ ਤਕੜਿਆ ਹੋ ਕੇ ਇੱਕ ਵੱਡੀ ਮੁਹਿੰਮ ਲਾਮਬੰਦ ਕਰਨੀ ਹੈ। ਸੋ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਸਾਥੀ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਇਸ ਅਪੀਲ ਤੇ ਬਈ ਆਪਾਂ 7 ਅਗਸਤ ਦੀ ਮੀਟਿੰਗ ਨੂੰ ਇਤਿਹਾਸਕ ਮੀਟਿੰਗ ਬਣਾਉਣਾ ਹੈ। ਇਸ ਮੀਟਿੰਗ 'ਚ ਆਪਾਂ ਠੋਸ ਫੈਸਲੇ ਲੈਣੇ ਆ। ਇਸ ਮੀਟਿੰਗ 'ਚੋਂ ਆਪਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਨਹੀਂ, ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤੈਅ ਕਰਨਾ ਹੈ। ਪੰਜਾਬ ਦੀਆਂ ਪੀੜ੍ਹੀਆਂ ਲਈ ਅਸੀਂ ਇੱਕ ਟਰੈਕ ਤੈਅ ਕਰਨਾ ਹੈ ਕਿ ਪੰਜਾਬ ਦੇ ਅੰਦਰ ਭਵਿੱਖ ਦੇ ਅੰਦਰ ਕਿਸ ਕਿਸਮ ਦੇ ਰੁਜ਼ਗਾਰ ਨੇ ਆਉਣਾ ਹੈ, ਪੱਕੇ ਰੁਜ਼ਗਾਰ ਨੇ ਆਉਣਾ ਹੈ ਜਾਂ ਠੇਕੇ ਵਾਲੇ ਰੁਜ਼ਗਾਰ ਨੇ ਆਉਣਾ ਹੈ। ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੀ ਲੋੜ ਹੈਗੀ ਹੈ ਜਾਂ ਉਹਨਾਂ ਨੂੰ ਫਰਦਰ ਹੋਰ ਕਈ ਸਾਲ ਜਿਹੜੇ ਇਹਨਾਂ ਦੇ ਤਲਵੇ ਚੱਟਣ ਦੀ ਲੋੜ ਹੈ। ਪੰਜਾਬ ਤੇ ਦੇਸ਼ ਕਰਵਟ ਲੈ ਰਿਹਾ ਹੈ। ਉਸ ਕਰਵਟ ਦੇ ਅੰਦਰ ਆਪਾਂ ਨੂੰ ਮੌਕਾ ਮਿਲ ਰਿਹਾ, ਇਹ ਸੁਭਾਗ ਪ੍ਰਾਪਤ ਹੋ ਰਿਹਾ ਸਾਨੂੰ ਕਿ ਅਸੀਂ ਉਸ ਕਰਵਟ ਦਾ ਹਿੱਸਾ ਬਣ ਰਹੇ ਹਾਂ। ਅਸੀਂ ਉਹਨਾਂ ਅੰਦੋਲਨਾਂ ਦੇ ਅੰਗ ਸੰਗ ਖੜਨ ਦਾ ਯਤਨ ਕਰ ਰਹੇ ਹਾਂ ਜਿਹੜੇ ਅੰਦੋਲਨਾਂ ਦੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਚਰਚਾ ਛਿੜੀ ਹੋਈ ਹੈ। ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਕੋਲੋਂ ਇਹ ਆਸ ਕਰਦੇ ਹਾਂ ਕਿ ਆਪਾਂ ਸਾਂਝੇ ਫਰੰਟ ਵੱਲੋਂ, ਸਾਂਝੇ ਫਰੰਟ ਦੇ ਝੰਡੇ ਹੇਠ, ਸਾਂਝੇ ਫਰੰਟ ਦੀ ਨਿੱਘਰ ਠੋਸ ਅਗਵਾਈ ਦੇ ਹੇਠ ਆਪਾਂ ਆਪਣੀ ਮੁਹਿੰਮ ਜਿਹੜੀ ਹੈ ਉਹਨੂੰ 7 ਅਗਸਤ ਨੂੰ ਹੋਰ ਅਗਾਂਹ ਵੱਲ ਨੂੰ ਕਿਵੇਂ ਖੜਨਾ ਹੈ, ਇਹਦੇ ਲਈ ਤੁਸੀਂ ਆਪਣੀ ਜਥੇਬੰਦੀ ਦੀ ਵਿਚਾਰ ਚਰਚਾ ਕਰਕੇ ਉਹਦੇ 'ਚੋਂ ਜੋ ਵਧੀਆ ਤੁਹਾਡੇ ਬੈਸਟ ਪੁਆਇੰਟ ਨੇ ਉਹਨਾਂ ਨੂੰ ਲੈ ਕੇ ਆਓ ਤੇ ਉਹਨਾਂ ਨੂੰ 1 2 3 4 ਮਿੰਟ ਜਿੰਨਾ ਵੀ ਸਮਾਂ ਉੱਥੇ ਹੋਏਗਾ ਉਹਦੇ ਨਾਲ ਤੁਸੀਂ ਸਾਂਝੇ ਫਰੰਟ ਦੇ ਨਾਲ ਸਾਂਝਾ ਕਰੋ ਤਾਂ ਕਿ ਆਪਾਂ ਆਪਣੇ ਅਗਲੇ ਜਿਹੜੀਆਂ ਰਣਨੀਤੀਆਂ ਨੇ, ਆਪਣਾ ਜੋ ਵੀ ਅਗਲਾ ਕਾਰਜ ਹੈ ਉਹਨੂੰ ਤੈਅ ਕਰ ਸਕੀਏ। ਤੁਹਾਡਾ ਸਾਰੇ ਸਾਥੀਆਂ ਦਾ, ਭੈਣਾਂ ਭਰਾਵਾਂ ਦਾ, ਸਾਰੇ ਮੁਲਾਜ਼ਮਾਂ ਪੈਨਸ਼ਨਰਾਂ ਦਾ ਬਹੁਤ ਬਹੁਤ ਧੰਨਵਾਦ।